ਪਿਆਰ ਦੀ ਕੋਈ ਜ਼ਾਤ ਨਹੀਂ ਹੁੰਦੀ। ਭਾਗ ਤੀਜਾ। ਮਰੀਅਮ ਉਸਦੀ ਇਸ ਹਰਕਤ 'ਤੇ ਬਹੁਤ ਹੈਰਾਨ ਹੋਈ, ਕਿਉਂਕਿ ਅੱਜ ਤੱਕ ਤਾਂ ਕਦੇ ਵੀ ਅਜਿਹਾ ਨਹੀਂ ਹੋਇਆ ਸੀ ਕਿ ਜ਼ੋਰਾਵਰ ਉਸਨੂੰ ਦੇਖੇ ਬਿਨਾਂ ਹੀ ਚਲਾ ਗਿਆ ਹੋਵੇ। ਫਿਰ ਉਸਨੇ ਆਪਣੇ ਝੋਲੀ ਵਿੱਚ ਪਿਆ ਖਤ ਚੁੱਕਿਆ ਤੇ ਪੜ੍ਹਨਾ ਸ਼ੁਰੂ ਕੀਤਾ। ਜਿਵੇਂ-ਜਿਵੇਂ ਉਹ ਖਤ ਪੜ੍ਹਦੀ ਗਈ, ਉਸਦੇ ਚਿਹਰੇ 'ਤੇ ਮੁਸਕਾਨ ਆਉਂਦੀ ਗਈ। ਉੱਧਰ ਦੂਜੇ ਪਾਸੇ ਕਾਲਜ ਖਤਮ ਹੋਣ 'ਤੇ ਜ਼ੋਰਾਵਰ ਕਨਨ ਨੂੰ ਉਸਦੇ ਘਰ ਛੱਡ ਕੇ ਉਸ ਜਗ੍ਹਾ 'ਤੇ ਆ ਗਿਆ ਜਿੱਥੇ ਉਸਨੇ ਮਰੀਅਮ ਨੂੰ ਮਿਲਣ ਲਈ ਬੁਲਾਇਆ ਸੀ। ਉਹ ਬੈਠਾ ਮਰੀਅਮ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਕਿਤੇ ਨਾ ਕਿਤੇ ਉਸਦੇ ਦਿਲ ਵਿੱਚ ਡਰ ਤੇ ਬੇਚੈਨੀ ਜਿਹੀ ਵੀ ਸੀ ਕਿ ਕਿਤੇ ਉਸਨੇ ਮਰੀਅਮ ਨੂੰ ਚਿੱਠੀ ਫੜਾ ਕੇ ਕੋਈ ਗਲਤੀ ਤਾਂ ਨਹੀਂ ਕਰ ਦਿੱਤੀ। ਸੋਚਾਂ ਦੀ ਇਸੇ ਉਧੇੜ-ਬੁਣ ਵਿੱਚ ਲੱਗੇ ਹੋਏ ਜ਼ੋਰਾਵਰ ਨੂੰ ਅਚਾਨਕ ਮਰੀਅਮ ਦੇ ਅਤਰ ਦੀ ਖੁਸ਼ਬੂ ਆਈ ਤਾਂ ਉਸਦੇ ਚਿਹਰੇ 'ਤੇ ਖੁਸ਼ੀ ਛਾ ਗਈ। ਉਸਨੇ ਜਲਦੀ ਨਾਲ ਨਜ਼ਰ ਘੁਮਾ ਕੇ ਇੱਧਰ-ਉੱਧਰ ਦੇਖਿਆ, ਪਰ ਉਸਨੂੰ ਮਰੀਅਮ ਤਾਂ ਕਿਤੇ ਵੀ ਨਜ਼ਰ ਨਹੀਂ ਆਈ। ਫਿਰ ਉਹ ਉਦਾਸ ਹੋ ਕੇ ਟੇਬਲ 'ਤੇ ਆਪਣਾ ਸਿਰ ਸੁੱਟ ਕੇ ਬੈਠ ਗਿਆ। ਇੰਨੇ ਨੂੰ ਕੁਝ ਦੇਰ ਬਾਅਦ ਉਸਨੂੰ ਫਿਰ ਮਰੀਅਮ ਦੇ ਅਤਰ ਦੀ ਖੁਸ਼ਬੂ ਆਈ, ਪਰ ਉਹ ਇਸਨੂੰ ਆਪਣੇ ਮਨ ਦਾ ਵਹਿਮ ਸਮਝ ਕੇ ਟੇਬਲ 'ਤੇ ਸਿਰ ਸੁੱਟ ਕੇ ਬੈਠਾ ਰਿਹਾ। ਪਰ ਜਦ ਕਿਸੇ ਨੇ ਉਸਦੇ ਸਿਰ ਉੱਤੇ ਪੋਲਾ ਜਿਹਾ ਹੱਥ ਫੇਰਿਆ ਤਾਂ ਉਸਨੇ ਮਾੜਾ ਜਿਹਾ ਸਿਰ ਚੁੱਕ ਕੇ ਉਤਾਂਹ ਨੂੰ ਦੇਖਿਆ ਤਾਂ ਉਸਦੇ ਸਾਹਮਣੇ ਮਰੀਅਮ ਬੈਠੀ ਸੀ। ਪਹਿਲੀ ਵਾਰੀ ਆਪਣੇ ਸਾਹਮਣੇ ਇੰਨੀ ਕੋਲ ਆਪਣੀ ਬਚਪਨ ਦੀ ਮੁਹੱਬਤ ਮਰੀਅਮ ਨੂੰ ਬੈਠੀ ਦੇਖ ਕੇ ਉਸਦੇ ਚਿਹਰੇ 'ਤੇ ਤਾਂ ਖੁਸ਼ੀ ਹੀ ਛਾ ਗਈ ਸੀ। ਉਹ ਬਸ ਚੁੱਪ-ਚਾਪ ਦੋਵੇਂ ਬੈਠੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਤੱਕਦੇ ਹੋਏ ਇਸ਼ਕੇ ਦੇ ਸਮੁੰਦਰਾਂ ਵਿੱਚ ਡੁੱਬਣ ਲੱਗੇ। ਫਿਰ ਜਦ ਕਾਫੀ ਦੇਰ ਤੱਕ ਜ਼ੋਰਾਵਰ ਕੁਝ ਨਾ ਬੋਲਿਆ ਤਾਂ ਮਰੀਅਮ ਉਸਨੂੰ ਹਿਲਾਉਂਦੇ ਹੋਏ ਕਹਿਣ ਲੱਗੀ, "ਜ਼ੋਰਾਵਰ, अब आप कुछ बोलोगे भी ਜਾਂ मुझे ऐसे ही मेरी आंखों में देखते रहेंगे?" ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰੀ ਦੋਵਾਂ ਦੇ ਵਿਚਕਾਰ ਕੋਈ ਗੱਲਬਾਤ ਹੋਈ ਸੀ। ਨਹੀਂ ਤਾਂ ਹੁਣ ਤੱਕ ਬਸ ਉਹਨਾਂ ਨੇ ਇੱਕ ਦੂਸਰੇ ਨੂੰ ਹਾਏ ਹੈਲੋ ਤੱਕ ਹੀ ਕੀਤਾ ਸੀ। ਮਰੀਅਮ ਦੀ ਇੰਨੀ ਪਿਆਰੀ ਆਵਾਜ਼ ਸੁਣ ਕੇ ਜ਼ੋਰਾਵਰ ਦੇ ਮੂੰਹੋਂ ਤਾਂ ਖੁਸ਼ੀ ਦੇ ਮਾਰੇ ਕੋਈ ਬੋਲ ਹੀ ਨਹੀਂ ਨਿਕਲ ਰਿਹਾ ਸੀ। ਕੁਝ ਦੇਰ ਬਾਅਦ ਫਿਰ ਉਹ ਆਪਣੀ ਘਬਰਾਹਟ 'ਤੇ ਕਾਬੂ ਪਾਉਂਦੇ ਹੋਏ ਕਹਿਣ ਲੱਗਾ, "ਮਰੀਅਮ, ਮੈਨੂੰ ਤਾਂ ਯਕੀਨ ਹੀ ਨਹੀਂ ਸੀ ਕਿ ਤੁਸੀਂ ਇੱਥੇ आओगे। मरियम, आती कैसे नहीं जनाब, आपने जिंदगी में पहली दफा मुझसे कुछ मांगा था और मैं वो भी ना पूरा करती, ऐसा तो हो ही नहीं सकता। तो बताइए फिर आपने मुझसे कौन सी जरूरी बात करनी थी?" ਜ਼ੋਰਾਵਰ, ਤੁਹਾਨੂੰ ਪੰਜਾਬੀ ਸਮਝ ਆਉਂਦੀ ਆ ਜੀ? जी मेरी अम्मी लाहौर से है, अब आपको जो बात करनी है वो बताइए। ਮੈਂ ਤਾਂ ਦੱਸ ਦੇਵਾਂਗਾ ਜੀ, ਪਰ ਮੈਨੂੰ ਡਰ ਜਿਹਾ ਲੱਗਦਾ ਕਿ ਤੁਸੀਂ ਕਿਤੇ ਮੇਰੇ ਨਾਲ ਗੁੱਸੇ ਹੀ ਨਾ ਹੋ ਜਾਣਾ। अरे मैं क्यों आपसे खफा होने लगी? वैसे चिट्ठी में तो आपने बहुत प्यारी और रोमांटिक बातें लिखी थी। अब जब मैं आपके सामने बैठी हूँ तो बातें करने के लिए तो आपकी जुबान ही नहीं खुल रही। अब आप जल्दी से बताइए मुझे क्या कहना है। हमसे और सब्र नहीं होता, मैंने घर जाकर अभी नमाज भी अदा करनी है। ਜ਼ੋਰਾਵਰ, ਮਰੀਅਮ, ਮੈਨੂੰ ਨਹੀਂ ਪਤਾ ਸੀ ਕਿ ਤੇਰੀਆਂ ਇੰਨੀਆਂ ਭੂਰੀਆਂ-ਭੂਰੀਆਂ ਅੱਖਾਂ ਨੇ ਇੱਕ ਦਿਨ ਮੇਰਾ ਜੀਣਾ ਹੀ ਮੁਹਾਲ ਕਰ ਦੇਣਾ ਆ। जनाब ऐसा क्या कर दिया मैंने जनाब ऐसा क्या कर दिया मेरी इन आंखों ने जो आपका जीना दुश्वार हो गया? मरियम, प्यार हो गया शायद मैनू तेरे नाल। अच्छा जी, ये तो बात है। और जनाब, कब से करते हैं मुझसे मोहब्बत? जरा फिर जे भी बता दीजिए। शायद उस दिन तो जद मैं पहले दिन तेनू स्कूल वाली बस विच देखा सी। हाय अल्लाह, जोरावर, ये क्या कह रहे हो आप? आजकल के इस जमाने में यहाँ लोग चेहरे को देखे बिना प्यार तक भी नहीं करते। आपने तो मुझे सीधा ही अपने प्यार का इजहार भी कर दिया। और आपको क्या लगता है कि मेरा जवाब क्या होगा? जनाब, ये भी तो हो सकता है ना कि मेरा चेहरा देखने के बाद आपका ये बचपन का प्यार छूमंतर हो जाए। या फिर ये भी हो सकता है कि मैं कहूँ मुझे आपसे मोहब्बत नहीं है, क्योंकि आप एक गैर मजहबी हैं और मेरी फैमिली हमारी एक दूसरे से मोहब्बत करने की ये बात कभी नहीं मानेगी। ਫਿਰ ਉਸਦੀ ਗੱਲ ਸੁਣ ਕੇ ਜ਼ੋਰਾਵਰ ਕਹਿਣ ਲੱਗਾ, ਮਰੀਅਮ, ਮੈਨੂੰ ਇਹ ਪਤਾ ਕਿ ਮੈਂ ਤੈਨੂੰ ਪਿਆਰ ਕਰਕੇ ਗਲਤ ਕੀਤਾ ਜਾਂ ਸਹੀ, ਪਰ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਮੇਰੇ ਲਈ ਤੂੰ ਬਿਲਕੁਲ ਮੇਰੇ ਉਸ ਰੱਬ ਦੇ ਸਮਾਨ ਆ। ਮੈਨੂੰ ਨਹੀਂ ਪਤਾ ਸ਼ਕਲਾਂ ਦੇਖ ਕੇ ਪਿਆਰ ਕਰਨ ਵਾਲੇ ਲੋਕ ਕਿਹੋ ਜਿਹੇ ਹੁੰਦੇ ਨੇ,
ਪਰ ਮੈਂ ਤੈਨੂੰ ਸੱਚੇ ਦਿਲ ਤੋਂ ਪਿਆਰ ਕੀਤਾ। ਅੱਜ ਤੱਕ ਮੇਰੀ ਜ਼ਿੰਦਗੀ ਦਾ ਹਰ ਦਿਨ ਬਚਪਨ ਤੋਂ ਲੈ ਕੇ ਜਵਾਨੀ ਤੱਕ ਤੇਰੇ ਨਾਮ ਤੋਂ ਸ਼ੁਰੂ ਹੋ ਕੇ ਤੇਰੇ ਨਾਮ ਤੇ ਹੀ ਖਤਮ ਹੁੰਦਾ ਆਇਆ ਆ। ਅਗਰ ਮੈਨੂੰ ਕੋਈ ਕਹੇ ਨਾ ਕਿ ਤੈਨੂੰ ਰੱਬ ਤੇ ਪਿਆਰ ਵਿੱਚੋਂ ਕੋਈ ਇੱਕ ਚੁਣਨਾ ਪੈਣਾ ਤਾਂ ਮੈਂ ਤੈਨੂੰ ਚੁਣਾਂਗਾ। ਕਿਉਂਕਿ ਕਹਿੰਦੇ ਆ ਰੱਬ ਤਾਂ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਆਪ ਵਸਦਾ ਏ। मरियम, तौबा तौबा जोरावर, आप इतनी मोहब्बत करते हैं हमसे कि आपने हमें अपने खुदा से ही जोड़ दिया। तो फिर ठीक है, आप मेरा जवाब भी सुन लीजिए। मुझे आपसे मोहब्बत नहीं है। ਉਸਦੀ ਇਹ ਗੱਲ ਸੁਣ ਕੇ ਜ਼ੋਰਾਵਰ ਦਾ ਦਿਲ ਹੀ ਟੁੱਟ ਗਿਆ ਤੇ ਉਸਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਜਦ ਚੁੱਪ ਕਰਕੇ ਆਪਣੇ ਹੰਝੂਆਂ ਨੂੰ ਪੂੰਝਦੇ ਹੋਏ ਉੱਥੋਂ ਉੱਠ ਕੇ ਜਾਣ ਲੱਗਾ ਤਾਂ ਮਰੀਅਮ ਨੇ ਉਸਦਾ ਹੱਥ ਫੜ लिया ते कहने लगी, अरे जनाब, आप पहले मेरी पूरी बात तो सुन लीजिए। क्या लड़कियों की तरह आंखें भर ली है? फिर जोरावर बैठते हुए कहने लगा, हाँ जी दसो। इतने बड़े हो गए हैं आप और बच्चों की तरह रो रहे हो। जोरावर, ये अच्छी बात नहीं है कि फिर अपने पर्स ਤੋਂ ਰੁਮਾਲ ਕੱਢਿਆ ਤੇ ਹੰਝੂ ਪੂੰਝਣ ਲੱਗੀ। ਫਿਰ ਮਰੀਅਮ ਉਸਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਉਸਨੂੰ ਕਹਿਣ ਲੱਗੀ, ਜ਼ੋਰਾਵਰ, ਇਧਰ ਮੇਰੀ ਆਂਖੋਂ ਮੇਂ ਦੇਖੋ। ਜਦ ਜ਼ੋਰਾਵਰ ਉਸਦੀਆਂ ਅੱਖਾਂ ਵਿੱਚ ਦੇਖਣ ਲੱਗਾ ਤਾਂ ਮਰੀਅਮ ਉਸਨੂੰ ਕਹਿਣ ਲੱਗੀ, ਜ਼ੋਰਾवर, मुझे तुमसे मोहब्बत ही नहीं बेपनाह मोहब्बत है। मुझे तुमसे इतनी मोहब्बत कब और कैसे हुई मुझे तो पता ही ना चला। और मुझे तो ये भी नहीं मालूम कि कल को मेरे घर वाले हमारे इस रिश्ते को अपनाएंगे भी या नहीं। कल क्या होगा ये तो मैं नहीं जानती और ना ही अभी मैं इसके बारे में सोचना चाहती हूँ, पर आज मैं इतनी बात आपसे ज़रूर कहूँगी कि आपकी मरियम भी आपसे उतनी ही शिद्दत और जुनून से मोहब्बत करती है जितनी शिद्दत से आप मुझसे करते हो। और कब से करती हूँ ये तो नहीं पता, पर कितनी करती हूँ ये शायद इस ज़िंदगी में कभी मैं बयान नहीं कर सकती। पर एक बात है ज़ोरावर, ज़िंदगी में अगर कल को ये मरियम आपकी ना हो सकी तो किसी और की भी नहीं होगी। ये मेरा वादा है आपसे, कह के अपना दूजा हੱਥ ਜ਼ੋਰਾਵਰ ਦੇ ਵੱਲ ਵਧਾਇਆ। ਫਿਰ ਜ਼ੋਰਾਵਰ ਮਰੀਅਮ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਖੁਸ਼ ਹੁੰਦੇ ਹੋਏ ਕਹਿਣ ਲੱਗਾ, ਮਰੀਅਮ, ਮੈਨੂੰ ਤਾਂ ਪਤਾ ਹੀ नहीं सी कि तुम ही मैनू इन्ना ज़्यादा प्यार करदी है। अब तो आपको पता चल गया ना जनाब कि आपकी मरियम भी आपसे कितनी मोहब्बत करती है। बस अब आप मेरी इस मोहब्बत को दुनिया की नज़रों से बचा कर रख लेना। फिर मरियम कहने लगी, ज़ोरावर, एक बात तो बताओ, बचपन से ही ना आपने कभी मेरा चेहरा देखा है और ना ही कभी मेरा हाथ थामा है, फिर भी आप मुझसे इतनी मोहब्बत करते हैं। पर क्या आपको आज भी अपनी मोहब्बत का इजहार करने के बाद भी अपने महबूब का दीदार नहीं करना? ਜ਼ੋਰਾਵਰ, ਸੱਚ ਕਿਹਾ ਤਾਂ ਜੀ, ਦਿਲ ਤਾਂ ਬਹੁਤ ਕਰਦਾ ਦੇਖਣ ਨੂੰ ਕਿ ਮੇਰੇ ਸੁਪਨਿਆਂ ਦੀ ਰਾਣੀ ਕਿਹੋ ਜਿਹੀ ਦਿਖਦੀ ਏ। ਪਰ ਮੈਂ ਸੁਣਿਆ ਕਿ ਇਸਲਾਮ ਧਰਮ ਵਿੱਚ ਕਿਸੇ ਕੁਆਰੀ ਕੁੜੀ ਦਾ ਕਿਸੇ ਗੈਰ ਮਰਦ ਵੱਲੋਂ ਚਿਹਰਾ ਦੇਖਣ ਤੇ मनाही आ। मरियम, हाय अल्लाह, जोरावर, कैसे आप इतनी कैसे मोहब्बत कर सकते हो हमसे कि आपने अपने प्यार का इजहार भी कर दिया और आपको अभी भी अपनी मोहब्बत का चेहरा नहीं देखना। ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਜਾਂ ਇਸ ਵਿੱਚ ਕੋਈ ਗਲਤ ਨਹੀਂ ਲੱਗਦਾ ਤਾਂ ਦਿਖਾ ਦਿਓ ਜੀ, ਤੁਹਾਡੀ ਮਰਜ਼ੀ ਆ। ਮਰੀਮ, ਉਠੋ ਫਿਰ ਮੇਰੇ ਸਾਥ ਆਓ, ਕਹਿ ਕੇ ਉਸਨੂੰ ਆਪਣੇ ਨਾਲ ਆਪਣੀ ਗੱਡੀ ਵਿੱਚ ਲੈ ਕੇ ਬੈਠ ਗਈ। फिर मरियम जोरावर नू कहने लगी, जोरावर, अब आप अपनी आंखें बंद कीजिए और जब मैं कहूंगी ना तभी अपनी आंखें खोलना, ठीक है? फिर जोरावर ने अपनी अखां बंद कर लिया। मरियम ने अपना हिजाब ते निकाब उतारिया ते फिर कहने लगी, जोरावर, अब आप अपनी आंखें खोल सकते हैं। जद जोरावर ने अपनी अखां खोलियां तां मरियम दी परियां वर्गी सूरत देख के ਉਹ ਕਹਿਣ ਲੱਗਾ, ਮਰੀਮ, ਤੂੰ ਕਿੰਨੀ ਸੋਹਣੀ ਏ, ਜਮਾਂ ਪਰੀਆਂ ਵਰਗੀ ਏ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ मेरी मोहब्बत ਇੰਨੀ खूबसूरत होवेगी। मरियम, मोहब्बत तो हमेशा खूबसूरती होती है जनाब, और ये खूबसूरती ना देखने वालों की आंखों में होती है। मरियम, सच कहा ਤਾਂ ਮੈਨੂੰ ਇਹ ਸਭ ਇੱਕ ਸੁਪਨਾ ਜਿਹਾ ਲੱਗਦਾ ਏ। ये सुपना नहीं हकीकत है जनाब। फिर उसका हथ फड़ के कहन लगी,
आप अपने हाथ से खुद ही मेरा चेहरा छूकर देख लीजिए, शायद फिर आपको यकीन आ जाए। ਜਦ ਜ਼ੋਰਾਵਰ ਨੇ ਉਸਦਾ ਚਿਹਰਾ ਆਪਣੇ ਹੱਥਾਂ ਨਾਲ ਛੂਹਿਆ ਤਾਂ ਉਸਨੂੰ ਮਰੀਅਮ ਦੀਆਂ ਗੱਲਾਂ ਬਿਲਕੁਲ ਰੂਹ ਵਰਗੀਆਂ ਮਹਿਸੂਸ ਹੋਈਆਂ। ਜਦੋਂ ਉਸਦੀਆਂ ਗੱਲਾਂ ਨੂੰ ਪਿਆਰ ਨਾਲ ਘੁੱਟਣ ਲੱਗਾ ਤਾਂ ਮਰੀਅਮ ਕਹਿਣ ਲੱਗੀ, जोरावर खुदा के लिए प्लीज ऐसा मत कीजिए, मुझे बहुत गुदगुदी हो रही है। अपने महबूब का दीदार जितना मर्जी कर लीजिए। फिर काफी देर तक ਜ਼ੋਰਾਵਰ ਨੂੰ ਆਪਣੇ ਵੱਲ ਇੰਨੇ ਪਿਆਰ ਨਾਲ ਦੇਖਦਾ ਹੋਇਆ ਦੇਖ ਕੇ ਮਰੀਅਮ ਕਹਿਣ ਲੱਗੀ, जोरारा जोरावर अब बस भी कीजिए, इतनी शिद्दत से भी क्या कोई भला अपनी मोहब्बत को देखता है। मरियम बस थोड़ी देर होर कर लैन दो ना, मैनू मेरी मोहब्बत दा दीदार। जनाब, बचपन से आज तक आप सब्र करके बैठे हो, पर आप आज मुझको देखते ही कितने बेसब्र हो गए। इन आँखों की कशिश और अपनी इस शिद्दत को बचा कर रखिए जनाब, हमें ताउम्र इनकी ज़रूरत है। ਮਰੀਅਮ, ਯਾਰ ਤੂੰ ਇੰਨੀਆਂ ਡੂੰਘੀਆਂ ਗੱਲਾਂ ਨਾ ਕਰ, ਮੇਰੇ ਤਾਂ ਕੁਝ ਵੀ ਪੱਲੇ ਨਹੀਂ ਪੈ ਰਿਹਾ, सब ऊपरों ही लंघी जा रहा है। चलिए ठीक है जनाब, नहीं करते अब अगर आपकी इजाज़त हो तो मैं अपना हिजाब पहन लूँ। जी जरूर। फिर मरियम ने अपना हिजाब पहनया ते ओ कहन लगी, अब आपने ये बात किसी को भी नहीं बतानी कि आपने मेरा चेहरा देखा है, अपने दोस्त कनिन को भी नहीं। ਚਲੋ ਨਹੀਂ ਦੱਸਦਾ ਜੀ, ਪਰ ਇੱਕ ਗੱਲ ਦੱਸੋ, ਤੁਹਾਨੂੰ ਜਦ ਪੰਜਾਬੀ ਸਮਝ ਆਉਂਦੀ ਹੈ ਤਾਂ ਤੁਸੀਂ ਪੰਜਾਬੀ ਕਿਉਂ ਨਹੀਂ ਬੋਲਦੇ? मैंने कभी पंजाबी बोली ही नहीं। ਲੈ ਐਵੇਂ ਥੋੜੀ ਹੁੰਦਾ। ਚਲੋ ਫਿਰ ਅੱਜ ਮੇਰੇ ਕਹਿਣ ਤੇ ਇੱਕ ਵਾਰੀ ਕੋਸ਼ਿਸ਼ ਕਰੋ, ਤੁਸੀਂ ਕਹੋ ਕਿੱਦਾਂ ਸੋਹਣਿਆ। एक मिनट, मुझे थोड़ा सा फील करने दीजिए इस शब्द को। ਤਾਂ ਫਿਰ ਉਹ ਕਹਿਣ ਲੱਗੀ, ਕਿੱਦਾਂ ਸੋਹਣਿਆ। ਜਦ ਉਸਨੇ ਇੰਨੀ ਪਿਆਰੀ ਜਿਹੀ ਆਵਾਜ਼ ਵਿੱਚ ਕਿਹਾ ਤਾਂ ਉਸਨੂੰ ਸੁਣ ਕੇ ਜ਼ੋਰਾਵਰ ਦੇ ਚਿਹਰੇ ਤੇ ਖੁਸ਼ੀ ਛਾ ਗਈ ਤੇ ਉਹ ਹੱਸਣ ਲੱਗ ਪਿਆ। ਉਸਨੂੰ ਏਦਾਂ ਹੱਸਦਾ ਦੇਖ ਕੇ ਮਰੀਅਮ ਘਬਰਾਉਂਦੇ ਹੋਏ ਕਹਿਣ ਲੱਗੀ, हाय अल्लाह, आप ऐसे हंस क्यों रहे हैं? कहीं आपने मुझसे कुछ गलत तो नहीं बुलवा दिया ना? ਨਹੀਂ ਮਰੀਅਮ, ਏਦਾਂ ਦਾ ਕੁਝ ਨਹੀਂ, ਇਹ ਤਾਂ ਪੰਜਾਬੀ ਸ਼ਬਦ ਹਨ ਜੋ ਮੁੰਡਾ ਕੁੜੀ ਪਿਆਰ ਨਾਲ ਆਪਣੇ महबूब नू कहते हन। ओ तो ये बात है, मुझे तो लगा था कि कहीं मैंने कुछ गलत तो नहीं बोल दिया। फिर मरियम अपनी घड़ी से टाइम देखते हुए कहन लगी, जोरावर अब मुझे चलना होगा, बहुत टाइम हो गया है, अम्मी घर पर मेरा इंतजार कर रही होंगी। आज तो मेरी नमाज भी बहुत लेट हो गई। पर तुसी फिर कदों मिलोगे? जब आप बुलाएंगे हम मिलने चले आएंगे। अच्छा था ठीक है, तुसी जाओ, मैं भी अपने घर चलना। मरियम, अरे बात तो सुनिए जनाब, अब जब प्यार हो गया है, इकरार भी हो गया है, तो अपना नंबर भी तो देते जाइए ना। मैं आपसे बात कैसे करूंगी? ओ हाँ, मैं तो भुल ही गया। फिर उसने अपना नंबर मरियम ਨੂੰ ਸੇਵ ਕਰਵਾਇਆ। ਜਦ ਉਸਨੇ ਜ਼ੋਰਾਵਰ ਦੇ ਫੋਨ ਉੱਤੇ ਮਿਸ ਕਾਲ ਕੀਤੀ ਤਾਂ ਜ਼ੋਰਾਵਰ ਨੇ ਉਸਦਾ ਨਾਮ ਸਰਦਾਰਨੀ ਲਿਖ ਕੇ ਸੇਵ ਕਰ ਲਿਆ। ਉਸਨੂੰ ਨਾਮ ਕੁਝ ਹੋਰ ਲਿਖਦਾ ਦੇਖ ਕੇ ਮਰੀयम कहन लगी, ये आपने क्या नाम लिखकर मेरा नंबर सेव किया है? जोरावर, मैं लिखिया मेरी सरदारनी। क्या ये हम सरदारनी आखिरी क्या होता है? बहुत बार मैंने अब्बू को ये शब्द अम्मी को बोलते हुए सुना है। ਇਹ ਤਾਂ ਮੈਂ ਤੁਹਾਨੂੰ ਰਾਤ ਨੂੰ ਦੱਸਾਂਗਾ ਜਦ ਤੁਸੀਂ ਮੈਨੂੰ ਕਾਲ ਕਰੋਗੇ, ਕਹਿ ਕੇ ਉਸਦਾ ਹੱਥ ਛੱਡਿਆ ਤੇ ਫਿਰ ਗੱਡੀ ਵਿੱਚੋਂ ਉਤਰ ਕੇ ਆਪਣੀ ਗੱਡੀ ਵਿੱਚ ਬੈਠ ਗਿਆ। ਮਰੀਅਮ ਗੱਡੀ ਦਾ ਸ਼ੀਸ਼ਾ ਥੱਲੇ ਕਰਕੇ ਉਸਦੇ ਕੋਲ ਆ ਕੇ ਕਹਿਣ ਲੱਗੀ, ਚੰਗਾ ਸੋਹਣਿਆ, ਫਿਰ ਖਿਆਲ ਰੱਖੀ ਆਪਣਾ, ਕਹਿ ਕੇ ਹੱਸਦੀ ਹੋਈ ਆਪਣੇ ਰਾਹੇ ਪੈ ਗਈ। ਉਸਦੀ ਗੱਲ ਸੁਣ ਕੇ ਫਿਰ ਜ਼ੋਰਾਵਰ ਵੀ ਹੱਸਦਾ ਹੋਇਆ ਆਪਣੇ ਘਰ ਨੂੰ ਚੱਲ ਪਿਆ। ਅੱਜ ਜਦੋਂ ਘਰ ਆਇਆ ਤਾਂ ਉਸਦੀ ਬੇਬੇ ਨੂੰ ਕੁਝ ਉਹ ਬਦਲਿਆ ਜਿਹਾ ਲੱਗ ਰਿਹਾ ਸੀ। ਜਦ ਬੇਬੇ ਉਸਦੇ ਕਮਰੇ ਵਿੱਚ ਆਈ ਤਾਂ ਉਸਨੂੰ ਖੁਦ ਨਾਲ ਗੱਲਾਂ ਕਰਦੇ ਹੋਏ ਦੇਖ ਕੇ ਕਹਿਣ ਲੱਗੀ, ਜ਼ੋਰੇ ਕੀ ਹੋਇਆ ਪੁੱਤ, ਕੱਲਾ ਹੀ ਪਿਆ ਗੱਲਾਂ ਮਾਰੀ ਜਾ ਰਿਹਾ ਏ, ਤੇਰੀ ਸਿਹਤ ਤਾਂ ਠੀਕ ਆ ਨਾ? ਆਪਣੀ ਬੇਬੇ ਦੀ ਆਵਾਜ਼ ਸੁਣ ਕੇ ਜ਼ੋਰਾ ਉੱਠ ਕੇ ਬੈਠਦੇ ਹੋਏ ਕਹਿਣ ਲੱਗਾ, ਨਹੀਂ ਬੇਬੇ, ਹੋਣਾ ਕੀ ਆ, ਕੁਝ ਵੀ ਨਹੀਂ, ਸਭ ਠੀਕ ਆ। ਅੱਛਾ ਚੱਲ ਠੀਕ ਆ ਚਾਹ ਪੀ ਕੇ ਆਪਣੇ ਬਾਪੂ ਕੋਲ ਚਲਾ ਜਾ, ਉਹਨਾਂ ਨੂੰ ਤੇਰੇ ਨਾਲ ਕੋਈ ਕੰਮ ਸੀ। ਜ਼ੋਰਾਵਰ ਚਾਹ ਪੀ ਕੇ ਗੱਡੀ ਲੈ ਕੇ ਆਪਣੇ ਬਾਪੂ ਦੀ ਵਰਕਸ਼ਾਪ ਤੇ ਆ ਗਿਆ। ਆਪਣੇ ਬਾਪੂ ਨੂੰ ਕਾਗਜ਼ਾਂ ਵਿੱਚ ਉਲਝੇ ਦੇਖ ਕੇ ਉਹ ਉਹਨਾਂ ਦੇ ਕੋਲ ਆ ਕੇ ਕਹਿਣ ਲੱਗਾ,
ਬਾਪੂ ਜੀ ਤੁਹਾਨੂੰ ਕਿੰਨੀ ਵਾਰੀ ਕਿਹਾ ਇੰਨਾ ਕੰਮ ਪੱਲੇ ਨਾ ਕਰਿਆ ਕਰੋ। ਜੋ ਵੀ ਕੰਮ ਆ ਮੈਨੂੰ ਦੱਸੋ ਮੈਂ ਕਰ ਦੇਵਾਂਗਾ। ਉਸਦੀ ਗੱਲ ਸੁਣ ਕੇ ਅਰਜੁਨ ਕਹਿਣ ਲੱਗਾ, ਪੁੱਤਰਾ ਹਾਲੇ ਤਾਂ ਤੇਰੇ ਹੱਸਣ ਖੇਡਣ ਦੇ ਦਿਨ ਆ, ਤੂੰ ਜਾ ਕੇ ਮੌਜਾਂ ਮਾਣ, ਤੇਰਾ ਬਾਪੂ ਹਲੇ ਪੂਰਾ ਕਾਇਮ ਆ। ਹਾਂਜੀ ਮੈਨੂੰ ਸਭ ਪਤਾ, ਤਾਂ ਹੀ ਅਕਸਰ ਆਪਣਾ ਚਸ਼ਮਾ ਰੱਖ ਕੇ ਭੁੱਲ ਜਾਂਦੇ ਹੋ। ਉਹ ਪੁੱਤ ਉਮਰ ਦੇ ਲਿਹਾਜ਼ ਨਾਲ ਇੰਨਾ ਕੁ ਤਾਂ ਹੋ ਹੀ ਜਾਂਦਾ ਆ। ਲਿਆਓ ਫੜਾਓ ਮੈਨੂੰ, ਦੱਸੋ ਕੀ ਕਰਨਾ ਮੈਂ ਕਰਦਾ। ਉਹਨਾਂ ਕੋਲ ਆ ਕੇ ਬੈਠਦਿਆਂ ਕਹਿਣ ਲੱਗਾ, ਫਿਰ ਉਹ ਆਪਣੇ ਬਾਪੂ ਨਾਲ ਕੰਮ ਕਰਵਾਉਣ ਲੱਗ ਪਿਆ। ਰਾਤ ਨੂੰ ਆਪਣੇ ਬਾਪੂ ਨਾਲ ਵਰਕਸ਼ਾਪ ਬੰਦ ਕਰਕੇ ਉਹ ਘਰ ਨੂੰ ਆਇਆ ਤਾਂ ਫਿਰ ਉਹਨਾਂ ਸਭ ਨੇ ਰੋਟੀ ਖਾਧੀ ਤੇ ਫਿਰ ਸੌਣ ਚਲੇ ਗਏ। ਜ਼ੋਰਾਵਰ ਆਪਣੇ ਕਮਰੇ ਵਿੱਚ ਜਾ ਕੇ ਆਪਣਾ ਫੋਨ ਦੇਖਣ ਲੱਗ ਗਿਆ। ਮਰੀਅਮ ਦਾ ਕੋਈ ਮੈਸੇਜ ਨਾ ਆਇਆ ਦੇਖ ਕੇ ਉਹ ਬੈੱਡ ਤੇ ਲੇਟ ਗਿਆ। ਕੁਝ ਦੇਰ ਬਾਅਦ ਉਸਦਾ ਫੋਨ ਰਿੰਗ ਕਰਨ ਲੱਗਾ। ਜਦ ਉਸਨੇ ਫੋਨ ਚੱਕ ਕੇ ਦੇਖਿਆ ਤਾਂ ਸਕਰੀਨ ਉੱਤੇ ਮੇਰੀ ਸਰਦਾਰਨੀ ਲਿਖਿਆ ਸ਼ੋ ਹੋ ਰਿਹਾ ਸੀ। ਉਸਨੇ ਫਟਾਫਟ ਫੋਨ ਚੱਕ ਕੇ ਕੰਨ ਨੂੰ ਲਗਾਇਆ ਤੇ ਕਹਿਣ ਲੱਗਾ, ਹਾਂਜੀ ਕਿਵੇਂ ਹੋ? क्या बात है जनाब, बड़ी जल्दी फोन उठा लिया आपने तो। फोन के ऊपर ही बैठे थे क्या? हुण गल्लां आउण लग गईयां तुहानू हैं? मरियम हंसदे हुए कहन लगी, अच्छा आपने मुझे मिस किया जोरा? बहुत ज्यादा। मरियम तो फिर कोई फोन या मैसेज क्यों नहीं किया? मैनू तो ये सी कि तुसी कोई काम करदे होंगे। ओहो, वैसे जनाब की जानकारी के लिए बता दूं कि आप मुझे कभी भी फोन या मैसेज कर सकते हैं, कोई बंदिश नहीं है। जी ज़रूर, मैनू फिर किन्ना याद किया। मैंने तो बहुत ज़्यादा किया, तभी तो आपको खाना खाने के बाद ही फ़ोन कर लिया।